देश विदेश बैठे साडे सारे दर्शक जो इस समय जुड़ चुके हैं डी पंजाबी दे नाल उन्हां दा निੱਘਾ स्वागत करदे जी। प्रोग्राम खास खबर एक नज़र दे विच मैं हां नवजोत कौर। खबरां दी तह तक जाना उदों बहुत लाजमी हो जाता है जदों सानू उस खबर जिहड़ी है साडी जिंदगी नूं सिद्धे या असिद्धे रूप दे विच प्रभावित करदी है। ते इन्हां सारियां खबरां दे उत्ते चर्चा करदे हां अपने असीं इस खास प्रोग्राम दे विच ते साडा साथ दिंदे ने पत्रकारी दे खेतर दे नाल जुड़े हुए साडे माहिर। सो अज दे माहिर मेहमान साडे स्टूडियो च पहुंच चुके हैं। तुहानूं मिलवाउंदे हां ते सब तो पहलां उन्हां दा स्वागत करते हैं सीनियर पत्रकार राकेश शांतिदूत जी। शांतिदूत जी स्टूडियो च बहुत बहुत स्वागत है जी। अज दी अहम खबरां ते चर्चा शुरू करते हैं। सब तो पहली खबर जिहड़ी बहुत अहम है अनलॉक 5 नूं लैके। अनलॉक 5 दे अधीन केंद्र सरकार वालों नवें दिशा निर्देश जारी कर दिते गए हैं। नाल दी नाल उन्हां दी गाइडलाइन जिहड़ियां सूबा सरकारां नूं भी चलियां गईयां ने। शांतिदूत जी की ने नवें दिशा निर्देश, किस इंडस्ट्री नूं राहत मिली है ते कितनी राहत मिली है? इस तरह कि जिहड़ा अनलॉक 5 जिहड़ा आया जी, ये जिस किस्म की दिशा निर्देश नवे आए हैं जिन्हां 'च छूट दित्तियां जा रही हैं जी, उत्थों लगता है कि जिहड़ी असी साडी सरकार शुरू तो कह रही सी कि ईवन कमंतरी पद्धर ते ही गल हो रही है जी, भी ये करोना नूं सानूं अपने जीवन का हिस्सा बना के हले चलना पैना बिल्कुल जिन्नी देर वैक्सीन नहीं आउंदा। सो हौली हौली मैनूं लगदा कि उस तरह समाज नूं जिहड़ा ਉਹ नॉर्मैलिसी ਵੱਲ ਲਿਜਾਣ ਲਈ ਕਿ ਸਮਾਨਯ ਤਰੀਕੇ ਦੇ ਨਾਲ ਲੋਕ ਰਹਿਣ जी, ਇਹ ਅਨਲੌਕ 5 ਉੱਥੇ ਆਣ ਪਹੁੰਚਿਆ। ਇਹਦੇ ਵਿੱਚ ਜਿਸ ਤਰ੍ਹਾਂ ਇੱਕ ਗੱਲ ਕੀਤੀ ਹੈ ਵੀ ਉਹਨਾਂ ਨੇ ਜਿਹੜੇ ਮੈਰਿਜ ਪੈਲੇਸਿਸ ਨੇ ਜਿਹੜੇ ਖੁੱਲੇ ਤੌਰ ਤੇ ਜਿੱਥੇ ਵਿਆਹ ਸ਼ਾਦੀਆਂ ਹੁੰਦੇ ਨੇ ਉੱਥੇ ਉਹਨਾਂ ਨੇ ਕਿਹਾ ਵੀ 100 ਆਦਮੀ ਜਿਹੜਾ ਖੁੱਲੇ ਇਲਾਕਿਆਂ ਦੇ ਵਿੱਚ ਜਿਹੜਾ ਉੱਥੇ ਉਹਨਾਂ ਨੂੰ ਇਕੱਠਾ ਕੀਤਾ ਜਾ ਸਕਦਾ ਜੀ। ਇਸੇ ਤਰ੍ਹਾਂ ਸਰਕਾਰ ਨੇ ਇੱਕ ਗੱਲ ਇਹ ਕੀਤੀ ਹੈ ਵੀ ਜਿਹੜਾ ਤੁਸੀਂ ਜਿਹੜੇ ਪਰ ਇੰਡੋਰ ਨੇ ਜਿਹੜੇ ਇੰਡੋਰ ਦੇ ਵਿੱਚ ਉਹ 50% ਵਾਲੀਆਂ ਪਹਿਲਾਂ ਤੋਂ ਹੀ ਰਹਿਣਗੀਆਂ ਕਿ 50% ਜਿਹੜੀ ਕੈਪੈਸਿਟੀ ਆਫ ਦੀ ਜਿਹੜੀ ਉਹ ਪਲੇਸ ਹੈ ਉਹਦਾ 50% ਜਿਹੜਾ ਉਹ ਇਕੱਠ ਕੀਤਾ ਜਾ ਸਕੇਗਾ। ਠੀਕ ਹੈ। ਇਸ ਤਰ੍ਹਾਂ ਹੀ ਜਿਹੜੀ ਇੱਕ ਗੱਲ ਹੋਰ ਕੀਤੀ ਹੈ ਕਿ ਜਿਹੜੇ ਸਵਿਮਿੰਗ ਪੂਲਸ ਵਗੈਰਾ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਟ੍ਰੇਨਿੰਗ ਲਈ ਜਿਹੜੇ ਆ ਉਹ ਖੋਲੇ ਜਾਣਗੇ। ਮਤਲਬ ਮਾਸ ਲੈਵਲ ਤੇ ਲੋਕੀ ਨਹੀਂ ਉੱਥੇ ਆ ਕੇ ਆਪਣਾ ਉਹ ਕਰ ਸਕਣਗੇ ਪਰ ਉਹਨਾਂ ਨੂੰ ਟ੍ਰੇਨਿੰਗ ਲਈ ਖੋਲ ਦਿੱਤਾ ਜਾਏਗਾ ਜੀ। ਇੱਕ ਵੱਡੀ ਗੱਲ ਜਿਹੜੀ ਇਹ ਹੈ ਕਿ ਸਰਕਾਰ ਨੇ ਇਹ ਗੱਲ ਵੀ ਕਹੀ ਹੈ ਵੀ ਤੁਸੀਂ ਸਕੂਲ ਔਰ ਕਾਲਜ ਵੀ ਖੋਲ ਸਕਦੇ ਜੇ ਪਰ ਇਹ ਸਾਰਾ ਫੈਸਲਾ ਹੈ ਇਹ ਇਹਨਾਂ ਨੇ ਰਾਜ ਸਰਕਾਰਾਂ ਦੇ ਉੱਤੇ ਜਿਹੜਾ ਉਹ ਛੱਡਿਆ ਵੀ ਉਹ ਡਿਸਾਈਡ ਕਰਨਗੇ। ਇਸ ਦੌਰਾਨ ਜਿਹੜੇ ਸਕੂਲ ਅਗਰ ਖੁੱਲ੍ਹਦੇ ਵੀ ਨੇ ਅਗਰ ਉਸ ਦੌਰਾਨ ਉਹਨਾਂ ਨੂੰ ਅਗਰ ਉਹਨਾਂ ਦੇ ਬੱਚਿਆਂ ਦੇ ਜਿਹੜੇ ਮਾਪੇ ਚਾਹੁੰਦੇ ਆ ਕਿ ਸਾਡੇ ਬੱਚੇ ਸਕੂਲ ਨਹੀਂ ਜਾਣੇ ਹਲੇ ਉਹਨਾਂ ਨੂੰ ਆਨਲਾਈਨ ਐਜੂਕੇਸ਼ਨ ਵੀ ਜਿਹੜੀ ਪਹਿਲਾਂ ਤੋਂ ਚੱਲ ਰਹੀ ਹੈ ਉਹ ਪੈਰਲਲ ਚਲਾਉਣੀ ਪੈਗੀ। ਯਾਨੀ ਕਿ ਸਕੂਲ ਅਗਰ ਖੋਲ੍ਹਣੇ ਚਾਹਣਗੇ ਕਿ ਦੋ ਤਰ੍ਹਾਂ ਦੀ ਸਮਾਨਾਂਤਰ ਜਿਹੜੀ ਹੈ ਉਹ ਐਜੂਕੇਸ਼ਨ ਸਿਸਟਮ ਨੂੰ ਉਹਨਾਂ ਨੂੰ ਚਲਾਉਣਾ ਪਊਗਾ ਜੀ। ਇਸੇ ਤਰ੍ਹਾਂ ਸਰਕਾਰ ਨੇ ਨਾ ਇਹਦੇ ਨਾਲ ਇੱਕ ਹੋਰ ਚੀਜ਼ ਆਈ ਹੈ ਕਿ ਪਹਿਲਾਂ ਕੌਮਾਂਤਰੀ ਜਿਹੜੇ ਸਾਡੇ ਹਵਾਈ ਅੱਡਿਆਂ ਤੇ ਲੋਕ ਉਤਰਦੇ ਸੀ ਪਹਿਲਾਂ ਉਹ ਜਿਹੜੀ ਛੂਟ ਡੋਮੈਸਟਿਕ ਵਾਲਿਆਂ ਨੂੰ ਸੀ ਉਹ ਕੌਮਾਂਤਰੀ ਵਾਲਿਆਂ ਨੂੰ ਵੀ ਉਹਨਾਂ ਨੂੰ ਦਿੱਤੀ ਹੈ ਵੀ ਉਹ ਜਿਹੜਾ ਵੈਸੇ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਪੰਜਾਬ ਸਰਕਾਰ ਨੇ ਇਹ ਜਿਹੜੀ ਛੂਟ ਹੈ ਇਹ ਕੋਈ ਲਗਭਗ ਹਫ਼ਤਾ ਕੁ ਪਹਿਲਾਂ 10 ਦਿਨ ਪਹਿਲਾਂ ਦੇ ਦਿੱਤੀ ਸੀ। ਉਹਦੇ ਵਿੱਚ ਇਹ ਹੈ ਵੀ ਪਹਿਲਾਂ ਜਦੋਂ ਲੋਕ ਆਉਂਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਤੁਸੀਂ ਟੈਸਟ ਤੁਹਾਡੇ ਕੋਲ ਹੋਣਾ ਚਾਹੀਦਾ ਜਿਹੜਾ ਕੁਝ ਘੰਟੇ ਪਹਿਲਾਂ ਦਾ ਜਿਹੜਾ ਡਿਸਾਈਡ ਕੀਤਾ ਸੀ ਉਹਨਾਂ ਨੇ ਸ਼ਾਇਦ 92 ਘੰਟੇ ਸੀ ਜੀ 92 ਘੰਟੇ। ਹੁਣ ਉਹਨਾਂ ਨੇ ਇਹਦੇ ਵਿੱਚ ਇਹ ਕੀਤਾ ਵੀ ਜਿਹੜਾ ਆਏਗਾ ਉਹਨਾਂ ਦਾ ਇੱਕ ਜਿਹੜਾ ਰੈਪਿਡ ਟੈਸਟ ਜਿਹੜਾ ਉਹ 에ਅਰਪੋਰਟ ਤੇ ਹੋਏਗਾ ਔਰ ਉਹ ਅਗਰ ਨੈਗੇਟਿਵ ਆ ਜਾਂ ਉਹਨਾਂ ਨੂੰ 5 ਦਿਨ ਲਈ ਫਿਰ ਜਿਹੜਾ ਉਹ ਸੈਲਫ ਕੁਆਰੰਟਾਈਨ 'ਚ ਉਹ ਆਪਣਾ ਸਿੱਧੇ ਘਰ ਚਲੇ ਜਾਣਗੇ। ਪਹਿਲਾਂ ਉਹਨਾਂ ਨੂੰ ਹੋਟਲਸ ਵਿੱਚ ਜਾਣਾ ਪੈਂਦਾ ਸੀ ਕਿਤੇ ਜਿਹੜਾ ਔਰ 5 ਦਿਨ ਬਾਅਦ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਫਿਰ ਦੁਬਾਰਾ ਤੋਂ ਜਿਹੜਾ ਰੈਗੂਲਰ ਟੈਸਟ ਕਰਾਓਗੇ ਔਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਹੋਮ ਕੁਆਰੰਟਾਈਨ ਦੀ ਜਿਹੜੀ ਹੈ ਉਹ ਫੈਸਿਲਿਟੀ ਇਹ ਸਾਰਾ ਬੜਾ ਸੌਖੀ ਕੀਤਾ ਔਰ ਇਹ ਜਿਹੜਾ ਅਨਲੌਕ 5 ਹੈ ਇਹਦੇ ਵਿੱਚ ਮੈਂ ਫਿਰ ਇਹੀ ਕਹਿਣਾ ਚਾਹੂੰਗਾ ਕਿ ਜਿਸ ਤਰ੍ਹਾਂ ਅਨਲੌਕ 5 ਦੇ ਕਿਉਂਕਿ ਇਸ ਵੇਲੇ ਕੁਦਰਤੀ ਤੌਰ ਤੇ ਆਪਣੇ ਮੁਲਕ ਦੇ ਵਿੱਚ ਇੱਕ ਅੰਦੋਲਨ ਚੱਲ ਰਿਹਾ ਕਿਸਾਨਾਂ ਨੂੰ ਲੈ ਕੇ ਬਹੁਤ ਵੱਡਾ ਅੰਦੋਲਨ ਚੱਲ ਰਿਹਾ ਟ੍ਰੇਨਸ ਬੰਦ ਪਈਆਂ ਨੇ ਬੱਸਾਂ ਵੀ ਲੋਕ ਬਹੁਤ ਕਿਉਂਕਿ ਨੈਚੁਰਲੀ ਜਦੋਂ ਇੱਕ ਸਾਧਨ ਬੰਦ ਹੋਣਾ ਤੇ ਦੂਜੇ ਸਾਧਨ ਤੇ ਪ੍ਰੈਸ਼ਰ ਵਧਣਾ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੂੰਗਾ ਕਿ ਅਨਲੌਕ 5 ਨੂੰ ਸਾਨੂੰ ਇਦਾਂ ਲੈਣਾ ਚਾਹੀਦਾ ਕਿ ਜਿਹੜੀਆਂ ਛੂਟ ਮਿਲੀਆਂ ਉਹਨਾਂ ਨੂੰ ਸਾਨੂੰ ਖੁੱਲੀ ਆਜ਼ਾਦੀ ਦੀ ਤਰ੍ਹਾਂ ਨਹੀਂ ਲੈਣਾ ਚਾਹੀਦਾ। ਸਾਨੂੰ ਉਹ ਜਿਹੜੀਆਂ ਲਿਮਿਟੇਸ਼ਨਸ ਜਿਹੜੀਆਂ ਸਰਕਾਰ ਔਰ ਸਮਾਜ ਨੇ ਰਲ ਕੇ ਬਣਾਈਆਂ ਉਹਨਾਂ ਨੂੰ ਸਾਨੂੰ ਫੋਲੋ ਕਰਨਾ ਚਾਹੀਦਾ ਤਾਂ ਹੀ ਅਸੀਂ ਇਸ ਜਿਹੜੀ ਕੁਦਰਤੀ ਜਿਹੜੀ ਮਤਲਬ ਕਹਾਂਗੇ ਕਿ ਜਿਹੜੀ ਕੌਮਾਂਤਰੀ ਕਰੋਪੀ ਆਈ ਹੈ ਇਹਨੂੰ ਅਸੀਂ ਇਹਦਾ ਸਾਹਮਣਾ ਤਾਂ ਹੀ ਕਰ ਪਾਵਾਂਗੇ। ਵੈਕਸੀਨ ਆਉਣ ਤੱਕ ਸਾਨੂੰ ਛੂਟ ਜਿੰਨੀ ਮਰਜ਼ੀ ਮਿਲੇ ਪਰ ਮੈਨੂੰ ਲੱਗਦਾ ਵੀ ਸਾਨੂੰ ਆਪਣੀਆਂ ਲਿਮਿਟੇਸ਼ਨਸ ਜਿਹੜੀਆਂ ਉਹ ਤੈਅ ਕਰਨੀਆਂ ਚਾਹੀਦੀਆਂ ਕਿ ਜਿੱਦਾਂ ਅਕਸਰ ਹਰ ਸਾਡੇ ਮੀਡੀਆ ਸਾਧਨ ਦੇ ਉੱਤੇ ਸਰਕਾਰ ਵੱਲੋਂ ਇਹ ਪ੍ਰਚਾਰ ਹੈ ਵੀ ਜਿੰਨੀ ਦੇਰ ਬਹੁਤ ਜ਼ਰੂਰੀ ਨਾ ਹੋਵੇ ਉਨੀ ਦੇਰ ਘਰੋਂ ਨਾ ਨਿਕਲਣਾ। ਬਿਲਕੁਲ ਸਹੀ। ਸੋ ਇਹ ਮੈਨੂੰ ਲੱਗਦਾ ਵੀ ਇਹ ਸਾਨੂੰ ਮੰਨਦੇ ਰਹਿਣਾ ਚਾਹੀਦਾ ਜੀ। ਅਗਲੀ ਜਿਹੜੀ ਅਹਿਮ ਖਬਰ ਹੈ ਕਿ ਇਨਸਾਨੀਅਤ ਨੂੰ ਤਾਰ-ਤਾਰ ਕਰਦੀ ਸ਼ਰਮਨਾਕ ਕਰਦੀ ਹੋਈ ਜਿਹੜੀ ਇੱਕ यूपी ਦੇ ਨਾਲ ਹਾਥਰਸ ਦਾ ਜਿਹੜਾ ਸਮੂਹਿਕ ਬਲਾਤਕਾਰ ਕਾਂਡ ਹੈ ਜਿਹੜਾ ਉਹਦੇ ਵਿੱਚ ਹੁਣ ਪੁਲਿਸ ਨੇ ਇੱਕ ਹੋਰ ਦਰਿੰਦਗੀ ਦੀ ਮਿਸਾਲ ਦਿੰਦੇ ਹੋਏ ਲੜਕੀ ਦਾ ਜਿਹੜਾ ਦਾਹ ਸੰਸਕਾਰ ਹੈ ਉਹ ਕਰ ਦਿੱਤਾ ਔਰ ਉਹਦੇ ਪਰਿਵਾਰ ਦੇ ਰਾਕੇਸ਼ ਜੀ ਜਿਹੜੇ ਮੈਂਬਰ ਨੇ ਉਹਨਾਂ ਨੂੰ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਔਰ ਖੁੱਲ੍ਹਾ ਜਿਹੜਾ ਕਿ ਗੁੰਡਾਗਰਦੀ ਦਾ ਨਾਚ ਹੈ ਉਸ ਸਮੇਂ ਹੋਇਆ। ਦੇਖੋ ਨਵਜੋਤ ਜੀ ਇਹ ਜਿਹੜਾ ਹੋਇਆ ਕਾਂਡ ਜਿਹੜਾ ਬੜਾ ਦੁਖਦਾਈ ਹੈ ਔਰ ਮੈਨੂੰ ਲੱਗਦਾ ਵੀ ਮੁਲਕ ਨੂੰ ਇਹਨੇ ਸ਼ਰਮਸਾਰ ਕੀਤਾ ਪੂਰੇ ਮੁਲਕ ਨੂੰ। ਤੁਸੀਂ ਵੇਖੋ ਵੀ ਇਹ ਹਲੇ ਜਿਹੜਾ ਹਲੇ ਕਾਂਡ ਹੈ ਜਿਹੜਾ ਹਲੇ ਜਿਹਦੇ ਉੱਤੇ ਇੱਕ ਬੜੀ ਲੋਕਾਂ ਦੀ ਰਿਜ਼ੈਂਟਮੈਂਟ ਚੱਲ ਰਹੀ ਹੈ ਔਰ
ਉਹਦੇ ਨਾਲ ਹੀ ਇੱਕ ਦੋ ਕਾਂਡ ਹੋਰ ਹੋ ਗਏ, ਇੱਕ ਬਲਰਾਮਪੁਰ ਚ ਹੋਇਆ, ਇੱਕ ਮੱਧ ਪ੍ਰਦੇਸ਼ ਚ ਕਿਤੇ ਹੋਇਆ, ਸੇਮ ਉਹਦਾ ਜਿਹੜਾ ਟਾਈਪ ਜਿਹੜਾ ਸੇਮ ਉਸੇ ਤਰਜ਼ ਤੇ, ਜਿਸ ਤਰ੍ਹਾਂ ਉਹ ਪਹਿਲਾਂ ਮਨੀਸ਼ਾ ਲੜਕੀ ਦੀ ਗੱਲ ਕਰਦੇ, 16 ਸਾਲ ਦੀ ਉਹ ਲੜਕੀ ਸੀ, ਨਾਬਾਲਗ ਲੜਕੀ ਸੀ ਜੀ। ਔਰ ਇਹਦੇ ਤੇ ਇੱਕ ਹੋਰ ਮੰਦਭਾਗੀ ਗੱਲ ਹੈ ਕਿ ਜਿਹੜੀ ਸਾਡੇ ਇੱਥੇ ਅਕਸਰ ਅਸੀਂ ਕਹਿੰਦੇ ਜਿਹੜੀ ਰਿਜ਼ਰਵ ਕਮਿਊਨਿਟੀਜ਼ ਜਿਹੜੀਆਂ ਸਾਡੀਆਂ ਸਾਡੇ ਸ਼ਡਿਊਲ ਦੇ ਵਿੱਚ ਜਿਹੜੀਆਂ ਕਾਸਟ ਤੈਅ ਕੀਤੀਆਂ ਨੇ, ਜਿਨ੍ਹਾਂ ਨੂੰ ਸਧਾਰਨ ਤੌਰ ਤੇ ਲੈ ਕੇ ਗੈਰ ਸੰਵਿਧਾਨਕ ਸ਼ਬਦ ਹੁੰਦਾ, ਉਹ ਆਮ ਤੌਰ ਤੇ ਦਲਿਤ ਕਹਿ ਦਿੰਦੇ ਆ, ਵਿੱਚ ਉਹਨਾਂ ਦਾ ਜਿਹੜਾ ਸਮਾਜਿਕ ਪੱਧਰ ਆ ਥੋੜਾ ਆਰਥਿਕ ਤੌਰ ਤੇ ਵੀ ਕਮਜ਼ੋਰ ਔਰ ਸਮਾਜਿਕ ਤੌਰ ਤੇ ਵੀ ਕਮਜ਼ੋਰ ਆ, ਉਹ ਨਿਸ਼ਾਨਾ ਜਦੋਂ ਬਣਾਏ ਜਾ ਰਹੇ ਆ ਤੇ ਫਿਰ ਇੱਕ ਡੈਮੋਕ੍ਰੇਸੀ ਦੀ ਅਸੀਂ ਜਦੋਂ ਗੱਲ ਕਰਦੇ ਕਿ ਐਡਾ ਵੱਡਾ ਲੋਕਤੰਤਰ ਜਿਹਨੂੰ ਦੁਨੀਆ ਦਾ ਕਿਹਾ ਗਿਆ, ਉਹਦੇ ਵਿੱਚ ਇਹ ਤਾਰ-ਤਾਰ ਹੁੰਦਾ ਦਿਖਦਾ ਹੈ। ਜਦੋਂ ਤੁਸੀਂ ਕਿਹਾ ਵੀ ਉਹ ਇਨਸਾਨੀਅਤ ਤਾਰ-ਤਾਰ ਹੋ ਗਈ ਹੈ, ਤਾਂ ਸਾਡੀ ਵਿਵਸਥਾ ਵੀ ਤੇ ਤਾਰ-ਤਾਰ ਹੁੰਦੀ ਦਿਸਦੀ ਹੈ। ਔਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਤੁਸੀਂ ਦੇਖੋ ਇਹ ਤੋਂ ਪਹਿਲਾਂ ਨਿਰਭਇਆ ਕਾਂਡ ਹੋਇਆ ਸੀ, ਔਰ ਇਨਸਾਫ ਵੀ ਨਵਜੋਤ ਜੀ ਉਦੋਂ ਮਿਲਦਾ ਹੈ ਜਦੋਂ ਪੂਰਾ ਮੁਲਕ ਸੜਕ ਤੇ ਉਤਰ ਆਉਂਦਾ ਹੈ। ਬਿਲਕੁਲ। ਇੱਕ ਪਾਸੇ ਅਸੀਂ ਜਦੋਂ ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਕਰਦੇ ਹਾਂ ਕਿ ਅਸੀਂ ਮਹਿਲਾ ਦੀ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ ਕਿ ਔਰਤਾਂ ਨੂੰ ਅਧਿਕਾਰ, ਔਰਤਾਂ ਦੀ ਸ਼ਕਤੀ ਇੰਨੀ ਜਿਹੜੀ ਹੈ ਬਣੇ, ਉਹਦੇ ਦੂਸਰੇ ਪਾਸੇ ਔਰਤ ਇੰਨੀ ਜਿਹੜੀ ਹੈ ਮਜ਼ਲੂਮ ਬਣਾ ਦਿੱਤੀ ਜਾਂਦੀ, ਇੰਨੀ ਕਮਜ਼ੋਰ ਬਣਾ ਦਿੱਤੀ ਜਾਂਦੀ, ਕਾਨੂੰਨ ਉਹਨੂੰ ਪ੍ਰੋਟੈਕਟ ਹੀ ਨਹੀਂ ਕਰ ਪਾ ਰਿਹਾ। ਬਈ ਇੱਥੋਂ ਦੇ ਹਾਲਾਤ ਤੋਂ ਇਹ ਲੱਗਦਾ ਹੈ ਕਿ ਜਿਹੜੀ ਸਾਡੇ ਮੁਲਕ ਦੀ ਜਿਹੜੀ ਬੇਟੀ ਹੈ, ਸਾਡੇ ਮੁਲਕ ਦੀ ਜਿਹੜੀ ਔਰਤ ਹੈ, ਉਹਦਾ ਤਾਂ ਸੜਕ ਤੇ ਨਿਕਲਣਾ ਵੀ ਮੁਆਜ਼ ਹੈ, ਉਹ ਸੜਕ ਤੇ ਵੀ ਨਹੀਂ ਉਤਰ ਸਕਦੀ, ਉਹਦੀ ਸੁਰੱਖਿਆ ਹੀ ਨਹੀਂ। ਤਾਂ ਮੈਂ ਤਾਂ ਇੱਥੋਂ ਤੱਕ ਵੀ ਕਈ ਵਾਰੀ ਸੋਚਦਾ ਨਾ ਵੀ ਜੇ ਅਸੀਂ ਬੇਟੀਆਂ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਤਾਂ ਮੁਲਕ ਦੀ ਸੁਰੱਖਿਆ ਦੀਆਂ ਅਸੀਂ ਬੜੀਆਂ ਬੜੀਆਂ ਗੱਲਾਂ ਕਰਦੇ ਹਾਂ। ਬਿਲਕੁਲ। ਸੋ ਇਸ ਕਾਂਡ ਦੇ ਵਿੱਚ ਜਿਹੜੀਆਂ ਬਹੁਤ ਵੱਡੀਆਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ, ਇਹਦੇ 'ਚ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਉਹ ਵਿਵਸਥਾ ਦਾ ਫੇਲਿਅਰ ਦਿਸਿਆ, ਦੁਖਦਾਈ ਦਿਸਿਆ। ਤੁਸੀਂ ਦੇਖੋ ਕਿ ਪਹਿਲਾਂ ਉਹ ਰੇਪ ਹੁੰਦਾ, ਕਿੱਡੀ ਵੱਡੀ ਗੱਲ ਹੈ ਕਿ ਉਸ ਬੱਚੀ ਨੂੰ ਉੱਥੇ ਖੇਤਾਂ ਦੇ ਵਿੱਚ 4 ਮੁੰਡੇ ਜਿਹੜੇ ਆ ਉਹ ਲੈ ਜਾਂਦੇ ਆ ਔਰ ਉਹਦੇ ਨਾਲ ਜਿਹੜਾ ਦੁਸ਼ਕਰਮ ਕਰਦੇ, ਉਹਦੇ ਨਾਲ ਜ਼ਿਆਦਤੀ ਕਰਦੇ ਜੀ। ਫਿਰ ਉਹਦੇ ਤੋਂ ਬਾਅਦ ਉਦੋਂ ਤੱਕ ਵੀ ਕਿਸੇ ਨੂੰ ਇਸ ਘਟਨਾਕ੍ਰਮ ਦਾ ਪਤਾ ਨਹੀਂ ਹੈ, ਸਾਰਵਜਨਿਕ ਇੱਕ ਤਰ੍ਹਾਂ ਦਾ ਹੋ ਰਿਹਾ ਜੀ। ਹਾਂਜੀ, ਉੱਥੇ ਦੀ ਜਿਹੜੀ ਕੋਈ ਨੇੜੇ ਦੀ ਪੁਲਿਸ ਚੌਂਕੀ ਹੋਏਗੀ, ਲੋਕ ਹੋਣਗੇ ਉੱਥੇ, ਸਮਾਜ ਜਿਹੜਾ ਕੰਮ ਕਰਦਾ ਉਹਦੇ ਵਿੱਚ, ਬਿਲਕੁਲ ਸਹੀ, ਉੱਥੇ ਕਿਸੇ ਨੂੰ ਨਹੀਂ ਉਹਦੀ ਕੋਈ ਜਾਣਕਾਰੀ ਨਹੀਂ ਹੈ। ਉਸ ਤੋਂ ਬਾਅਦ ਉਹ ਕੇਸ ਜਿਹੜਾ ਉਸ ਲੜਕੀ ਦੀ ਜ਼ੁਬਾਨ ਵੱਢ ਦਿੱਤੀ ਜਾਂਦੀ ਹੈ ਜੀ, ਵੀ ਐਵੀਡੈਂਸ ਖਤਮ ਕਰਨ ਵਾਲੀ ਗੱਲ ਹੈ ਨਾ, ਵੀ ਇਹ ਦੱਸ ਹੀ ਨਾ ਸਕੇ ਕੀ ਹੈ। ਉਹਦੀ ਹੋਰ ਉਹਨੂੰ ਹੋਰ ਵੀ ਇਸ ਤਰ੍ਹਾਂ ਦੀਆਂ ਸਰੀਰਕ ਜਿਹੜੀਆਂ ਜ਼ੁਲਮ ਕੀਤੇ ਜਾਂਦੇ ਆ। ਉਸ ਤੋਂ ਬਾਅਦ ਉਹ ਪੁਲਿਸ 'ਚ ਚਲੇ ਜਾਂਦਾ, ਔਰ ਪੁਲਿਸ ਦੇ ਵਿੱਚ ਵੀ ਉਸ ਕੇਸ ਨੂੰ ਲਗਾਤਾਰ ਜਿੰਨੀ ਦੇਰ ਉਹ ਲੜਕੀ ਜ਼ਿੰਦਾ ਹੈ ਉਹਨੂੰ ਮਤਲਬ ਕੇਸ ਨੂੰ ਕੋਈ ਬਹੁਤਾ ਨਹੀਂ ਉੱਦਾਂ ਲਿਆ ਜਾਂਦਾ ਜੀ। ਫਿਰ ਅਲਟੀਮੇਟਲੀ ਉਹ ਲੜਕੀ ਦੀ ਡੈਥ ਹੋ ਜਾਂਦੀ ਹੈ, ਔਰ ਜਿਸ ਵੇਲੇ ਉਹਦੀ ਡੈਥ ਵੀ ਹੋ ਜਾਂਦੀ ਹੈ ਔਰ ਸਰਕਾਰ ਜਿੱਦਾਂ ਇਹ ਮੈਨੂੰ ਲੱਗਦਾ ਵੀ ਸ਼ਹੀਦੇ ਆਜ਼ਮ ਭਗਤ ਸਿੰਘ ਤੋਂ ਬਾਅਦ ਦੂਸਰਾ ਕਾਂਡ ਹੋਣਾ ਐਸਾ, ਲੇਕਿਨ ਉਹਦੇ ਨਾਲ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਬਟ ਕਿ ਜਿਹੜਾ ਪੁਲਿਸ ਨੇ ਰਾਤੋਂ ਰਾਤ, ਕਿਉਂਕਿ ਪੁਲਿਸ ਨੂੰ ਇਹ ਲੱਗਦਾ ਸੀ ਵੀ ਇਸ ਘਟਨਾ ਨੇ ਜਦੋਂ ਬਾਹਰ ਆਉਣਾ ਲੋਕਾਂ ਨੇ ਉੱਠ ਖੜੇ ਹੋਣਾ, ਇਹਦਾ ਰੌਲਾ ਪੈਣਾ, ਤਾਂ ਉਹ ਉਹਦੇ ਮਾਂ-ਬਾਪ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ। ਤਾਂ ਉਹਦਾ ਜਿਹੜਾ ਇੱਕ ਖੇਤ ਦੇ ਵਿੱਚ ਹੀ ਜਿਹੜਾ ਉਹਦਾ ਦਾਹ ਸੰਸਕਾਰ ਕਰ ਦਿੱਤਾ ਜਾਂਦਾ, ਔਰ ਉਹਨਾਂ ਦੇ ਮਾਂ-ਬਾਪ ਕਹਿ ਰਹੇ ਆ ਕਿ ਸਾਨੂੰ ਉਹਦਾ ਚਿਹਰਾ ਨਹੀਂ ਦਿਖਦਾ। ਲੜਕੀ ਦਾ ਭਰਾ ਬਾਰ-ਬਾਰ ਕਹਿ ਰਿਹਾ ਕਿ ਅਸੀਂ ਜਦੋਂ ਬੋਡੀ ਲੈਣ ਲਈ ਉੱਥੇ ਗਏ ਆ, ਜਿਹੜਾ ਸ਼ਵ ਗ੍ਰਹਿ ਜਿਹੜਾ ਉੱਥੇ ਦਾ ਹੈਗਾ ਜਿੱਥੇ ਲਾਸ਼ਾਂ ਰੱਖਦੇ ਆ ਹਸਪੀਟਲ ਵਾਲੇ, ਵੀ ਸਾਡੀ ਭੈਣ ਦਾ ਮੂੰਹ ਤਾਂ ਦਿਖਾ ਦਿਓ, ਸਾਡੀ ਲਾਸ਼, ਉਹ ਕਹਿੰਦੇ ਇੱਥੇ ਹੈ ਹੀ ਨਹੀਂ ਹੈ। ਔਰ ਇਸ ਤਰ੍ਹਾਂ ਜਦੋਂ ਗੁਪਤ ਤਰੀਕੇ ਦੇ ਨਾਲ ਜਦੋਂ ਇੱਦਾਂ ਮਤਲਬ ਚੁੱਪ-ਚਪੀਤੇ ਇੱਦਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਟ ਮੀਨਸ ਕਿ ਜਿਹੜੀ ਉੱਥੇ ਦਾ ਪ੍ਰਸ਼ਾਸਨ ਆ, ਉਸ ਸੂਬੇ ਦੀ ਜਿਹੜੀ ਸਰਕਾਰ ਹੈ, ਉਹ ਇਸ ਗੱਲ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਬਚਾਉਣਾ ਚਾਹੁੰਦੀ ਹੈ। ਬਿਲਕੁਲ। ਸੱਚ ਨੂੰ ਸਾਹਮਣੇ ਲਿਆ ਕੇ ਦੋਸ਼ੀਆਂ ਨੂੰ ਸਜ਼ਾ ਦੇਣਾ ਇੱਕ ਗੱਲ ਹੋਰ ਹੈ, ਪਰ ਜਦੋਂ ਉਹਨੂੰ ਬਚਾਇਆ ਜਾਂਦਾ ਤਾਂ ਫਿਰ ਕਿਤੇ ਨਾ ਕਿਤੇ ਐਸਾ ਲੱਗਦਾ ਕਿ ਕਿਤੇ ਜਿਹੜੀ ਵਿਵਸਥਾ ਹੈ, ਜਿਹੜਾ ਪ੍ਰਸ਼ਾਸਨ ਹੈ, ਜਿਹੜੀ ਸਰਕਾਰ ਹੈ, ਉਹਦੇ ਉੱਤੇ ਕਿਸੇ ਕਿਸਮ ਦਾ ਪ੍ਰੈਸ਼ਰ ਜ਼ਰੂਰ ਹੈਗਾ। ਇਹ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਵੀ ਕਿਉਂ ਐਸਾ ਹੋਇਆ, ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਬਿਲਕੁਲ ਸਹੀ। ਔਰ ਦੂਸਰੀ ਉਸ ਤੋਂ ਬਾਅਦ ਕੀ ਗੱਲ ਹੋ ਰਹੀ ਹੈ ਵੀ ਜਿਸ ਵੇਲੇ 15 ਦਿਨ ਦੇ ਕਿੱਡੇ ਲੰਬੇ ਸਮੇਂ ਦੇ ਵਿੱਚ ਉਸ ਸੂਬੇ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਜਿਹੜੀ ਉਹਦੇ ਮਾਤਾ ਪਿਤਾ ਦੀ ਜਿਹੜੀ ਹੈ ਉਹ ਆਨਲਾਈਨ ਗੱਲ ਕਰਵਾਈ ਜਾ ਰਹੀ ਹੈ। ਅੱਗੇ ਵੀ ਇੱਕ ਐਸਾ ਕਾਂਡ ਹੋਇਆ, ਉਦੋਂ ਵੀ ਇਦਾਂ ਹੀ ਕੀਤਾ ਗਿਆ, ਜਿਹੜੇ ਕੋਲ ਰਿਲੀਫ ਡਿਕਲੇਅਰ ਕੀਤੀ ਜਾਂਦੀ ਹੈ। ਰਿਲੀਫ ਜਿਹੜੀ ਉਹ ਇਨਸਾਫ ਨਹੀਂ ਹੈ। ਬਿਲਕੁਲ ਸਹੀ। ਜਿਹੜਾ ਇੱਕ ਬੇਟੀ ਦੀ ਜਿਹੜੀ ਹੈ ਇੱਜ਼ਤ ਦੇ ਉੱਤੇ ਹਮਲਾ ਹੋਇਆ, ਉਹਦੀ ਸੁਰੱਖਿਆ ਦੇ ਉੱਤੇ ਹਮਲਾ ਹੋਇਆ, ਮੁੜ ਕੇ ਸਰਕਾਰ ਇਸ ਗੱਲ ਤੇ ਬਚਣ ਦੀ ਕੋਸ਼ਿਸ਼ ਕਰਦੀ ਹੈ ਕਿ ਅਸੀਂ ਇਹਨੂੰ ਮੁਆਵਜ਼ਾ, ਮੈਂ ਕਹਿੰਦਾ ਕਿ ਕਿਸੇ ਆਦਮੀ ਦੀ ਇੱਜ਼ਤ ਦਾ ਮੁਆਵਜ਼ਾ ਕਿੱਦਾਂ ਹੋ ਸਕਦਾ। ਸੋ ਇਸ ਜਿਹੜੀ ਘਟਨਾ ਹੈ ਇਹਨੇ ਮੁਲਕ ਨੂੰ ਸ਼ਰਮਸਾਰ ਕੀਤਾ। ਹੁਣ ਵੈਸੇ ਕਹਿ ਇਹ ਰਹੇ ਹੈ ਵੀ 4 ਜਿਹੜੇ ਦੋਸ਼ੀ ਨੇ ਉਹਨਾਂ ਨੇ ਫੜ ਲਿਆ, ਔਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਸਖਤ ਤੋਂ ਸਖਤ ਸਜ਼ਾ ਮਿਲੇਗੀ। ਪਰ ਇਹ ਵਿਸ਼ਵਾਸ ਵੀ ਹੱਲੇ ਇਹ ਕੀਤਾ ਜਾਣਾ, ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਨਿਰਭਇਆ ਕਾਂਡ 'ਚ ਵੀ ਜਦੋਂ ਫਾਂਸੀ ਦਿੱਤੀ ਗਈ ਉਹਨਾਂ ਲੋਕਾਂ ਨੂੰ, ਉਸ ਵੇਲੇ ਵੀ ਜਿਹੜਾ ਆਖਰ ਤੱਕ ਲੋਕਾਂ ਨੂੰ ਜ਼ੋਰ ਲਾਉਣਾ ਪਿਆ। ਕਾਨੂੰਨ ਦੇ ਵਿੱਚ ਵੀ ਸਾਡੇ ਬਹੁਤ ਸਾਰੀਆਂ ਐਸੀਆਂ ਪ੍ਰੋਵੀਜ਼ਨਸ ਨੇ ਜਿਹਦੇ ਨਾਲ ਦੋਸ਼ੀ ਬਚਣ ਦੀ ਕੋਸ਼ਿਸ਼ ਕਰਦਾ ਹੈ। ਬਿਲਕੁਲ। ਇਸੇ ਤਰ੍ਹਾਂ ਹੁਣ ਜਿਹੜੀ ਇਸ ਕਾਂਡ ਦੇ ਵਿੱਚ ਅਲਟੀਮੇਟਲੀ ਕੀ ਹੈ ਕਿ ਜੇ ਇੱਧਰ ਤੁਰਿਆ ਵੀ ਜਾਏਗਾ, ਨੈਚੁਰਲੀ ਇਨਸਾਫ ਲਈ ਜਿਹੜਾ ਅੱਗੇ ਵਧਿਆ ਜਾਏਗਾ, ਬਟ ਜਿਸ ਤਰ੍ਹਾਂ ਦਾ ਪ੍ਰੈਸ਼ਰ ਇਸ ਘਟਨਾ ਦੇ ਦੌਰਾਨ ਦਿਖਿਆ ਪੁਲਿਸ ਦੇ ਵਿੱਚ ਜਾਣ ਨਾਲ, ਪੁਲਿਸ ਨੇ ਉਸ ਬੋਡੀ ਨੂੰ ਕਿੱਦਾਂ ਜਲਾ ਦਿੱਤਾ, ਦੇਰ ਨਾਲ ਸਾਰੀ ਗੱਲ ਹੋਈ ਹੈ, ਉਸ ਵੇਲੇ
ਕਿੱਦਾਂ ਇਹ ਵਿਸ਼ਵਾਸ ਕੀਤਾ ਜਾ ਸਕਦਾ ਕਿ ਜਿਹੜਾ ਇਨਵੈਸਟੀਗੇਸ਼ਨ ਵਾਲਾ ਪੱਖ ਹੈ ਉਹ ਸਹੀ ਤੱਥ ਲੈ ਕੇ ਅੱਗੇ ਜਾਏਗਾ ਜੀ। ਔਰ ਫਿਰ ਮਜ਼ੇਦਾਰ ਗੱਲ ਜਿਹੜੀ ਹੈ ਐਸੀ ਹੈ ਇਸ ਵਿਵਸਥਾ ਦੇ ਵਿੱਚ ਜਿਹੜਾ ਕਿ ਮੰਦਭਾਗੀਆਂ ਜਿਹੜੀਆਂ ਗੱਲਾਂ ਹੈ ਕਿ ਤੁਸੀਂ ਇਹ ਦੇਖੋ ਵੀ ਇੱਕ ਘਟਨਾ ਵਾਪਰਦੀ ਹੈ, ਦੂਸਰੀ ਫੇਰ ਹੋ ਰਹੀ ਹੈ। ਬਿਲਕੁਲ ਸਹੀ। ਔਰ ਨਿਰਭਇਆ ਕਾਂਡ ਦੇ ਵਿੱਚ ਫਾਂਸੀਆਂ ਵੀ ਹੋਈਆਂ। ਉਹਦੇ ਬਾਵਜੂਦ ਜਿਹੜੇ ਐਸੇ ਤੱਤਵ ਨੇ, ਜਿਹੜੇ ਐਸੇ ਸਮਾਜਿਕ ਲੋਕ ਨੇ ਜਿਹੜੇ ਕੰਮ ਕਰਦੇ ਆ, ਜਿਹੜੇ ਮੁਲਕ ਨੂੰ ਸ਼ਰਮਸਾਰ ਕਰਦੇ ਆ, ਉਹਨਾਂ ਦੀ ਬਹਾਦਰੀ ਕਿਉਂ ਹੈ ਨਹੀਂ? ਜਦੋਂ ਪਤਾ ਹੈ ਕਿ ਫਾਂਸੀ ਹੋ ਸਕਦੀ ਹੈ, ਫਿਰ ਵੀ ਕਿਉਂ ਬਹਾਦਰੀ ਹੈ? ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਐਡਮਿਨਿਸਟ੍ਰੇਟਿਵ, ਕਿਤੇ ਨਾ ਕਿਤੇ ਰਾਜਨੀਤਿਕ ਜਿਹੜਾ ਉਹਨਾਂ ਨੂੰ ਸੰਰਕਸ਼ਣ ਪ੍ਰਾਪਤ ਹੁੰਦਾ। ਔਰ ਮੈਨੂੰ ਲੱਗਦਾ ਵੀ ਇਸ ਗੱਲ 'ਚ ਵੀ ਕਿਤੇ ਨਾ ਕਿਤੇ ਅਗਰ ਇਹਦੀ ਨਿਰਪੱਖ ਜਾਂਚ ਹੋਵੇ ਨਿਕਲੇਗਾ। ਪਰ ਸਿਰਫ ਮੈਂ ਕਹਿੰਦਾ ਵੀ ਇਹਦੀ ਨਿਰਪੱਖ ਜਾਂਚ ਹੋ ਗਏ, ਇਨਸਾਫ ਲੜਕੀ ਨੂੰ ਮਿਲ ਜਾਏਗਾ, ਉਹਨਾਂ ਨੂੰ ਸਜ਼ਾ ਹੋ ਜਾਏਗੀ, ਇੱਥੇ ਵੀ ਗੱਲ ਮੁੱਕਦੀ ਨਹੀਂ ਹੈ। ਬਿਲਕੁਲ। ਕਿਉਂਕਿ ਮੁਲਕ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਬੇਟੀ ਕੀ ਮੁਲਕ ਦੇ ਹਰ ਨਾਗਰਿਕ ਦੀ ਅਸੀਂ ਗੱਲ ਕਰਦੇ ਹਾਂ, ਜਦੋਂ ਸਭ ਦੀ ਅਸੀਂ ਸੁਤੰਤਰਤਾ ਦੀ ਗੱਲ ਕਰਦੇ ਹਾਂ, ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਤਾਂ ਉਹ ਵਿਅਕਤੀ ਆਪਣੇ ਮੁਲਕ 'ਚ ਸੁਰੱਖਿਅਤ ਨਹੀਂ ਹੈਗਾ। ਬਿਲਕੁਲ ਸਹੀ। ਅੱਜ ਬੇਟੀ ਆਪਣੀ ਇੱਛਾ ਦੇ ਨਾਲ ਸੜਕ ਤੇ ਨਹੀਂ ਨਿਕਲ ਸਕਦੀ, ਉਹਦੇ ਪਹਿਰਾਵੇ ਤੇ ਵੀ ਉਂਗਲਾਂ ਚੁੱਕੀਆਂ ਜਾਂਦੀਆਂ। ਉਹ ਮਤਲਬ ਹਰ ਗੱਲ ਉਹ ਅੱਜ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਿਵਲਾਈਜੇਸ਼ਨ ਸਾਡੀ ਬਹੁਤ ਡਿਵੈਲਪ ਕਰ ਗਈ ਹੈ, ਅਸੀਂ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ। ਸੋ ਮੈਨੂੰ ਲੱਗਦਾ ਕਿ ਇਸ ਇਕੱਲੇ ਕਾਨੂੰਨ ਸਖਤ ਤਾਂ ਹੁੰਦੇ ਆ, ਪਰ ਕਾਨੂੰਨਾਂ ਦੀ ਇੰਪਲੀਮੈਂਟੇਸ਼ਨ ਅਗਰ ਤੇਜ਼ੀ ਨਾਲ ਹੋਵੇ, ਇਨਸਾਫ ਤੇਜ਼ੀ ਦੇ ਨਾਲ ਮਿਲਣ, ਐਸੀਆਂ ਘਟਨਾਵਾਂ ਨੂੰ ਰੋਕਣ ਤੋਂ ਪਹਿਲਾਂ ਹੀ ਐਡੀ ਤੇਜ਼ੀ ਨਾਲ ਸਾਡਾ ਪ੍ਰਸ਼ਾਸਨ ਕੰਮ ਕਰੇ, ਤਾਂ ਹੀ ਸਮਾਜਿਕ ਬਦਲਾਵ ਖੜਾ ਹੋਣਾ। ਨਹੀਂ ਤਾਂ ਤੁਸੀਂ ਦੇਖੋ ਵੀ ਹੁਣ ਬਹੁਤ ਸਾਰੀਆਂ ਬੇਟੀਆਂ ਆਪਣੀਆਂ ਜਿਹੜੀਆਂ ਉਹ ਆਪਣਾ ਮੁਲਕ ਛੱਡ ਕੇ ਤਾਂ ਦੂਸਰੇ ਦੇਸ਼ਾਂ 'ਚ ਨੌਕਰੀਆਂ ਕਰਦੀਆਂ ਫਿਰਦੀਆਂ, ਉੱਥੇ ਲੋਕੀ ਕਹਿੰਦੇ ਇਸ ਕਰਕੇ ਛੱਡਦੇ ਆ ਵੀ ਜੀ। ਬਹੁਤ ਵੱਡੀ ਇਤਰਾਜ਼ਦੀ ਹੈ ਰਕੇਸ਼ ਜੀ ਇਹ। ਅਗਲੀ ਖਬਰ ਜਿਹੜੀ ਆਪਣੀ ਹੋਂਦ ਖੇਤੀ ਆਰਡੀਨੈਂਸ ਮਾਮਲੇ ਦੇ ਵਿਰੋਧ ਦੇ ਵਿੱਚ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਜਿਹੜੇ ਕਿਸਾਨ ਨੇ, ਉਹਨਾਂ ਨੇ ਬਿਗਲ ਵਜਾ ਦਿੱਤਾ ਰੇਲ ਰੋਕੋ ਅੰਦੋਲਨ ਦਾ। ਅੱਜ ਤੋਂ ਅਣਮਿੱਥੇ ਸਮੇਂ ਦੇ ਲਈ ਰਕੇਸ਼ ਜੀ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਅੰਦੋਲਨ ਕਰਨ ਦੀ ਕਿ ਅਸੀਂ ਟ੍ਰੇਨਾਂ ਨੂੰ ਰੋਕਾਂਗੇ ਔਰ ਜਿਹੜੇ ਸਾਡੇ ਹੱਕ ਆ ਅਸੀਂ ਲੈ ਕੇ ਰਵਾਂਗੇ। ਹਾਂ, ਇਹ ਵੀ ਜਿਹੜਾ ਆਰਡੀਨੈਂਸ ਤੋਂ ਲੈ ਕੇ ਹੁਣ ਤਾਂ ਲਾਅ ਬਣ ਗਿਆ, ਪਾਰਲੀਮੈਂਟ ਦੇ ਦੋਨੇ ਜਿਹੜੇ ਉਹ ਹਾਊਸਿਸ ਦੇ ਵਿੱਚ ਪਾਸ ਹੋ ਗਿਆ ਜੀ। ਇਹਦੇ ਵਿੱਚ ਸਰਕਾਰ ਦਾ ਜਿਹੜਾ ਦਾਅਵਾ, ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਨੂੰ ਜਿਹੜਾ ਉਹ ਬਹੁਤ ਵਧੀਆ ਉਹਨਾਂ ਦੀ ਅਪਲਿਫਟਮੈਂਟ ਕਰਨ ਜਾ ਰਹੇ ਹਾਂ। ਸਰਕਾਰ ਦੀ ਜਿਹੜਾ ਇਹਦਾ ਭਾਵਨਾਤਮਕ ਜਿਹੜਾ ਪੱਖ ਹੈ ਉਹ ਲੱਗਦਾ ਕਿ ਸਰਕਾਰ ਦੀ ਸੋਚ ਤੇ ਇਹੀ ਹੈ ਕਿ ਕਿਸਾਨ ਦੀ ਅਪਲਿਫਟਮੈਂਟ ਕੀਤੀ ਜਾਵੇ। ਪਰ ਜਦੋਂ ਬਿੱਲ ਨੂੰ ਸਟੱਡੀ ਕਰਨ ਵਾਲੇ ਜਿਹੜੇ ਮਾਹਰ ਲੋਕ ਆ ਉਹ ਦੱਸਦੇ ਆ ਕਿ ਜਿਸ ਤਰ੍ਹਾਂ ਮੰਨ ਲਓ ਇਹ ਓਪਨ ਮਾਰਕੀਟ ਦੀ ਗੱਲ ਹੈ, ਇਹਦੇ 'ਚ ਅਮਰੀਕਾ ਤੋਂ ਵੱਡੀ ਓਪਨ ਮਾਰਕੀਟ ਖੇਤੀ ਖੇਤਰ ਦੇ ਵਿੱਚ ਕਿਤੇ ਨਹੀਂ ਹੈਗੀ। ਬਿਲਕੁਲ ਸਹੀ। ਉੱਥੇ ਵੀ ਜਿਹੜਾ ਕਿਸਾਨ ਹੈ ਜਿਹਨੂੰ ਹਾਈਐਸਟ ਸਬਸਿਡੀ $62,000 ਉਹਨੂੰ ਈਅਰਲੀ ਸਬਸਿਡੀ ਮਿਲਦੀ ਹੈ, ਓਪਨ ਮਾਰਕੀਟ ਹੈ, ਉਹਦੇ ਬਾਵਜੂਦ ਜਿਹੜਾ ਉੱਥੇ ਦਾ ਕਿਸਾਨ ਹੈ ਉਹ $682 ਬਿਲੀਅਨ ਜਿਹੜਾ ਉਹਦਾ ਬੈਂਕਰਪਸੀ ਹੈ। ਇਹ ਮਾਹਰ ਦੱਸਦੇ ਆ ਇਹਦੇ ਉੱਤੇ ਵੀ ਜਿਹੜੇ ਨੂੰ ਸਾਰਾ ਐਨਾਲਿਸਿਸ ਕਰ ਰਹੇ ਆ। ਉਹ ਕਹਿ ਰਹੇ ਆ ਵੀ ਜਦੋਂ ਅਮਰੀਕਾ ਵਰਗੇ ਵਿਕਸਿਤ ਦੇਸ਼ ਦੇ ਵਿੱਚ ਜਿੱਥੇ ਖੇਤੀ ਦੀ ਜਿਹੜੀ ਜ਼ਮੀਨ ਹੈ ਉਹਦਾ ਜਦੋਂ ਪਰ ਔਸਤ ਵਿਅਕਤੀ ਦੇ ਕੱਢਦੇ ਆ ਤੇ ਉਹ 167 ਪੁਆਇੰਟ ਕੁਝ ਏਕੜ ਬੈਠਦੀ ਹੈ, ਤਾਂ ਸਾਡੇ ਭਾਰਤ ਦੀ ਤੁਸੀਂ ਗੱਲ ਕਰਦੇ ਆ ਤਾਂ 1 ਪੁਆਇੰਟ ਕੁਝ ਏਕੜ ਬੈਠਦੀ ਹੈ। ਸੋ ਇਹ ਜਿਹੜੀ ਗੱਲ ਹੈਗੀ ਹੈ, ਜੇ ਇਹ ਬਿੱਲ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਪਾਸ ਮਤਲਬ ਜਿਹੜਾ ਉੱਥੇ ਨਹੀਂ ਇਸ ਪਾਲਿਸੀ ਨੇ ਲਾਭ ਦਿੱਤਾ, ਤੇ ਇਹ ਸ਼ੰਕਾਵਾਂ ਹੈਗੀਆਂ ਵੀ ਇੱਥੇ ਵੀ ਕਿੱਦਾਂ ਲਾਭ ਦਿੱਤੇ ਜੀ। ਅੱਛਾ, ਇਹਦਾ ਦੂਸਰਾ ਜਿਹੜਾ ਪੱਖ ਹੈ ਕਿ ਕਿਸਾਨ ਇਹਦੇ ਵਿੱਚ ਜਿਹੜਾ ਉਹ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਇਸ ਵਾਰੀ 41 ਦੀਆਂ 41 ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ। ਜਦੋਂ ਤੁਸੀਂ ਰੇਲ ਰੋਕੋ ਦੀ ਗੱਲ ਕੀਤੀ ਉਹ ਪਿਛਲੇ ਦਿਨਾਂ ਤੋਂ ਚੱਲ ਰਿਹਾ, ਹੁਣ ਉਹਨਾਂ ਨੇ ਇੰਡੈਫੀਨਿਟ ਕਰ ਦਿੱਤਾ। ਇਹਦੇ ਵਿੱਚ ਵੀ ਇਹ ਗੱਲ ਉੱਭਰ ਕੇ ਆ ਰਹੀ ਹੈ ਕਿ ਕਿਸਾਨ ਬਾਰ-ਬਾਰ ਕਹਿ ਰਿਹਾ ਪੋਲੀਟੀਕਲ ਪਾਰਟੀਆਂ ਨੂੰ ਕਿ ਤੁਸੀਂ ਸਾਡੇ ਝੰਡੇ ਥੱਲੇ ਆ ਕੇ ਸਾਡੇ ਇਨਸਾਫ ਦੀ ਲੜਾਈ ਹੈ, ਸਾਡੇ ਨਾਲ ਲੜੋ। ਬਿਲਕੁਲ ਸਹੀ। ਪਰ ਇਹਦਾ ਜਿਹੜਾ ਸਿਆਸੀਕਰਨ ਕੀਤਾ ਜਾ ਰਿਹਾ, ਐਸਾ ਲੱਗ ਰਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਆਪੋਜੀਸ਼ਨ ਦੇ ਵਿੱਚ ਬੈਠੀਆਂ ਨੇ ਜਾਂ ਜਿਹੜੀਆਂ ਕਿਸੇ ਸੂਬਿਆਂ 'ਚ ਵੀ ਸੱਤਾਰੂੜ ਨੇ ਪਰ ਉੱਦਾਂ ਉਹ ਕੇਂਦਰੀ ਲੈਵਲ ਦੇ ਉੱਤੇ ਆਪੋਜੀਸ਼ਨ 'ਚ ਨੇ, ਉਹ ਇਸ ਇਸ਼ੂ ਨੂੰ ਸੋਲਵ ਕਰਨ ਦੀ ਬਜਾਏ ਜਿਹੜਾ ਮੈਨੂੰ ਲੱਗਦਾ ਉਹ ਇਸ ਇਸ਼ੂ ਤੋਂ ਇੱਕ ਵੱਡਾ ਜਿਹੜਾ ਮੌਕਾ ਲੱਭਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਹੈ ਉਹ ਪਾਵਰ 'ਚ ਵਾਪਸੀ ਕਿੱਦਾਂ ਹੁੰਦੀ ਹੈ। ਬਿਲਕੁਲ ਸਹੀ। ਸੋ ਮੈਨੂੰ ਲੱਗਦਾ ਵੀ ਇਹਦੇ ਵਿੱਚ ਜਿਹੜਾ ਸ਼ੁਰੂਆਤੀ ਦੌਰ 'ਚ ਵੀ ਆਪਾਂ ਜਦੋਂ ਗੱਲ ਕਰਦੇ ਹਾਂ ਵੀ ਕਈ ਵਾਰੀ ਇੱਕ ਦੂਸਰੇ ਦੇ ਦੋਸ਼ਾਰੋਪਣ ਹੋ ਰਹੇ ਆ ਵੀ ਜੀ ਉਹ ਆਏ ਸੀ ਉਹਨਾਂ ਨੇ ਕਿਸਾਨਾਂ ਦੀ ਗੱਲ ਨਹੀਂ ਰੱਖੀ, ਪਰ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਵੀ ਗੱਲ ਹੀ ਸਿੱਧੀ ਕਿਸਾਨਾਂ ਨਾਲ ਕਰਦੀ, ਬਿਲਕੁਲ ਸਹੀ, ਜਿਹਨਾਂ ਦਾ ਮਸਲਾ ਉਹਨਾਂ ਨਾਲ ਕਰਦੀ। ਸੋ ਇਹਦੇ ਨਾਲ ਜਿਹੜੀਆਂ ਦੇਖੋ ਮੁਸ਼ਕਲਾਂ ਤਾਂ ਪੈਦਾ ਹੋਈਆਂ ਕਿਉਂਕਿ ਹੁਣ ਪੰਜਾਬ ਤਾਂ ਇਹਦੇ ਨਾਲ ਬਹੁਤ ਅਫੈਕਟਡ ਆ। ਈਵਨ ਉਹਨਾਂ ਨੇ ਹੁਣ ਇਹਦੇ 'ਚ ਇੱਕ ਨਵੀਂ ਗੱਲ ਹੋਈ ਆ ਵੀ ਉਹਨਾਂ ਨੇ ਜਿਹੜੀ ਰਿਲਾਇੰਸ ਕੰਪਨੀ ਹੈ ਜਿਹਨਾਂ ਬਾਰੇ ਕਿਹਾ ਜਾ ਰਿਹਾ ਵੀ ਹੁਣ ਇਹ ਕਾਰਪੋਰੇਟਸ ਨੇ ਮਿਲ ਕੇ ਕੀਤਾ ਤਾਂ ਉਹਦੇ ਖਿਲਾਫ ਕੱਲ ਜਿਹੜਾ ਕਿਸਾਨਾਂ ਨੇ ਉਹਨਾਂ ਦੇ ਮਾਲਸ ਦੇ ਅੱਗੇ ਉਹਨਾਂ ਦੇ ਪੈਟਰੋਲ ਪੰਪਾਂ ਦੇ ਅੱਗੇ ਧਰਨੇ ਦਿੱਤੇ ਆ, ਉਹਨਾਂ ਦੇ ਸਿਮ ਕਾਰਡ ਦੇ ਪੈਕਟ ਸਾੜ ਦਿੱਤੇ ਆ। ਔਰ ਉੱਥੇ ਉਹਨੂੰ ਇੱਕ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਇਹਨਾਂ ਦੇ ਖਿਲਾਫ ਕਿਉਂ ਕਰ ਰਹੇ ਜੇ, ਤਾਂ ਉਹਨਾਂ ਨੇ ਖੁੱਲੇ ਤੌਰ ਤੇ ਕਿਹਾ ਵੀ ਇਹ ਸਰਕਾਰ ਨਾਲ ਰਲ ਕੇ ਕਰ ਰਹੇ ਆ। ਸੋ ਮੈਨੂੰ ਲੱਗਦਾ ਵੀ ਕੇਂਦਰ ਦੀ ਸਰਕਾਰ ਨੂੰ ਇਸ ਇਸ਼ੂ ਨੂੰ ਅੱਛਾ ਉਹਨਾਂ ਨੇ ਅਗਰ ਕਿਸਾਨਾਂ ਲਈ ਅੱਛਾ ਲਿਆਂਦਾ ਤੇ ਉਹਦਾ ਪ੍ਰਭਾਵ ਅੱਛਾ ਕਿਸੇ ਤਰੀਕੇ ਨਾਲ ਸਾਹਮਣੇ ਲੈ ਆਉਣਾ ਚਾਹੀਦਾ। ਇਹਨੂੰ ਟਕਰਾਵ ਤੋਂ ਬਚਣਾ ਚਾਹੀਦਾ ਔਰ ਸਿਆਸੀਕਰਨ ਤੋਂ ਬਚਣਾ ਚਾਹੀਦਾ। ਕਿਸਾਨ ਕਿਉਂਕਿ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਉਹਦਾ ਉੱਪਰ ਉੱਠਣਾ ਉਹਦਾ ਬਚਣਾ ਬਹੁਤ ਜ਼ਰੂਰੀ ਜੀ। ਅਗਲੀ ਖਬਰ ਪ੍ਰਮੁੱਖ ਜਿਹੜੀ ਪੰਜਾਬ ਦੇ ਨਾਲ ਜੁੜੀ ਹੋਈ ਹੈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੋਟਲ ਇੰਡਸਟਰੀ ਰੈਸਟੋਰੈਂਟ ਦੇ ਨਾਲ ਦੇ ਲਈ ਜਿਹੜੀ ਸਾਲਾਨਾ ਲਾਇਸੈਂਸ ਫੀਸ ਹੈ ਰਕੇਸ਼ ਜੀ ਉਹਨਾਂ ਨੇ ਇਹਨੂੰ ਮਾਫ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੂਜੇ ਪਾਸੇ ਜਿਹੜੀ ਇੰਡਸਟਰੀ ਹੈ ਉਹਨੂੰ ਲੈ ਕੇ ਵੀ
ਜਿਹੜੀ ਉਹਨਾਂ ਨੇ ਬਿਜਲੀ ਪਰ ਯੂਨਿਟ ਹੈ ਉਹਦੇ ਤੇ ਵੀ ਇੱਕ ਵੱਡਾ ਅੱਜ ਬਿਆਨ ਦਿੱਤਾ। ਅਸੀਂ ਕਿੱਦਾਂ ਦੇਖਦੇ ਹਾਂ ਦੋਨਾਂ ਖਬਰਾਂ ਨੂੰ? ਨਵਜੋਤ ਜੀ, ਜਦੋਂ ਆਪਣਾ ਸੂਬਾ ਵੀ ਮੁਲਕ ਵਾਂਗੂ ਜਿਹੜਾ ਕੌਮਾਂਤਰੀ ਜਿਹੜਾ ਸਾਡਾ ਕਰੋਪੀ ਹੈ ਉਹ ਸੰਕਟ ਚੋਂ ਲੰਘ ਰਿਹਾ, ਕੋਵਿਡ ਦੀ ਗੱਲ ਕਰ ਰਿਹਾ ਮੈਂ, ਤਾਂ ਉਸ ਵੇਲੇ ਜਿਹੜਾ ਇਸ ਕਿਸਮ ਦੀ ਜਿਹੜੀ ਰਿਲੀਫ ਮਿਲਣਾ ਇਹ ਇੱਕ ਅੱਛੀ ਗੱਲ ਹੈ। ਇਹ ਜਿਹੜੀ ਤੁਸੀਂ ਇੰਡਸਟਰੀ ਦੀ ਗੱਲ ਕੀਤੀ ਵੀ ਉੱਥੇ ਬਿਜਲੀ 1 ਰੁਪਏ ਯੂਨਿਟ ਮਾਫ ਹੋਣੀ ਹੈ, ਉਹ ਇਸ ਕਰਕੇ ਕੀਤੀ ਗਈ ਹੈ ਕਿ ਪੈਡੀ ਸੀਜ਼ਨ ਦੇ ਵਿੱਚ ਕੀ ਹੁੰਦਾ ਕਿ ਇੰਡਸਟਰੀ ਨੂੰ ਬਿਜਲੀ ਘੱਟ ਦਿੱਤੀ ਜਾਂਦੀ ਹੈ, ਔਰ ਜਿਹੜੇ ਪੀਕ ਟਾਈਮ ਹੁੰਦੇ ਜਿਹੜੇ ਪੀਕ ਆਵਰਸ ਜਿਹੜੇ ਹੁੰਦੇ ਆ ਉਹਦੇ ਉਸ ਦੌਰਾਨ ਅਗਰ ਬਿਜਲੀ ਕੋਈ ਚਲਾਉਂਦਾ ਵੀ ਹੈ ਤਾਂ 2 ਰੁਪਏ ਯੂਨਿਟ ਮਹਿੰਗੀ ਮਿਲਦੀ ਹੈ। ਹਲੇ ਇਹਦੇ ਤੇ ਇੱਕ ਗੱਲ ਇਹ ਸਪਸ਼ਟ ਨਹੀਂ ਹੈਗੀ ਕਿ ਜਿਹੜੀ 1 ਰੁਪਏ ਦੀ ਛੂਟ ਆ ਉਹ ਪੀਕ ਟਾਈਮ ਦੇ ਵਿੱਚ 2 ਰੁਪਏ ਚੋਂ ਇੱਕ ਹੋਇਆ ਕਿ ਸਿੱਧੇ ਟੋਟਲ ਜਿਹੜਾ ਬਿਜਲੀ ਦਾ ਮੁੱਲ ਆ ਉਹਦੇ ਚੋਂ ਇੱਕ ਹੋਇਆ, ਕਿਸ ਸੀਜ਼ਨ ਚ ਹੋਈ, ਮਤਲਬ ਉਹ ਸੀਜ਼ਨ ਨਾਲ ਰਿਲੇਟਡ ਦਿੱਤਾ ਨਾ ਜੀ। ਤਾਂ ਜੇ ਸੀਜ਼ਨ ਤੋਂ ਪਹਿਲਾਂ ਵਾਲੇ ਰੇਟ 'ਚ 1 ਰੁਪਏ ਦੀ ਰਿਲੀਫ ਆ ਤਾਂ ਉਹ ਇੱਕ ਅੱਛੀ ਰਿਲੀਫ ਹੈ। ਦੂਸਰੀ ਹੈ ਇਸੇ ਤਰ੍ਹਾਂ ਹੋਟਲ ਵਾਲਿਆਂ ਨੂੰ ਜਿਹੜੀਆਂ ਤਿਮਾਹੀ ਤੇ ਦੂਸਰੀ ਜਿਹੜੀ ਉਹਨਾਂ ਦੀ ਬਕਾਇਆ ਲਾਇਸੈਂਸ ਫੀਸ ਸੀ ਉਹ ਉਹਨਾਂ ਨੇ ਸਰਕਾਰ ਨੇ ਮਾਫ ਕੀਤੀ ਹੈ। ਪਰ ਮੈਂ ਇਹਦੇ ਨਾਲ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਛੋਟਾ ਦੁਕਾਨਦਾਰ ਹੈ, ਜਿਸ ਵੇਲੇ ਗੱਲ ਕੋਵਿਡ ਦੇ ਦੌਰਾਨ ਆਈਆਂ, ਬਿਜਲੀ ਦੇ ਬਿੱਲਾਂ ਦੀਆਂ ਗੱਲਾਂ ਆਈਆਂ, 3 ਮਹੀਨੇ ਦੁਕਾਨਾਂ ਬੰਦ ਰਹੀਆਂ, ਪਰ ਲੋਕਾਂ ਕੋਲ ਈਵਨ ਜਿਹੜੇ ਡੋਮੈਸਟਿਕ ਹੋਲਡ ਵੀ ਹੈ ਉਹਨਾਂ ਦੇ ਕੋਲੋਂ ਵੀ ਜਿਹੜਾ ਬਿਜਲੀ ਦੇ ਬਿੱਲਾਂ ਦੇ ਉੱਤੇ ਕੋਈ ਰਿਲੀਫ ਨਹੀਂ ਦਿੱਤੀ ਗਈ। ਸੋ ਸਰਕਾਰ ਨੂੰ ਚਾਹੀਦਾ ਵੀ ਇੰਡਸਟਰੀ ਨੂੰ ਦਿੱਤਾ ਹੈ, ਬਹੁਤ ਅੱਛੀ ਗੱਲ ਹੈ, ਪਰ ਜਿਹੜਾ ਥੱਲੜੇ ਤਬਕੇ ਦਾ ਜਿਹੜਾ ਦੁਕਾਨਦਾਰ ਵੀ ਹੈ, ਜਿਹੜਾ ਇਸ ਵੇਲੇ ਬਹੁਤ ਵੱਡੇ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਲੰਘ ਰਿਹਾ, ਇਸ ਕਰਕੇ ਉਹਨੂੰ ਵੀ ਕੋਈ ਰਿਲੀਫ ਮੇਰਾ ਖਿਆਲ ਦੇਣੀ ਚਾਹੀਦੀ ਹੈ, ਤਾਂ ਹੀ ਇਹ ਸਾਰਾ ਇੱਕੋ ਜਿਹੀ ਰਿਲੀਫ ਸਾਰੀ ਦਿਖੇਗੀ। ਬਿਲਕੁਲ ਸਹੀ ਤੁਸੀਂ ਗੱਲ ਕੀਤੀ ਰਾਕੇਸ਼ ਜੀ ਕਰੋਨਾ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਵਿਸ਼ਵ ਦੇ ਵਿੱਚ ਟੈਸਟਿੰਗ ਹੋ ਰਹੀ ਹੈ, ਸਭ ਕੁਝ ਹੋ ਰਿਹਾ, ਭਾਰਤ ਦੀ ਅਸੀਂ ਗੱਲ ਕਰਦੇ ਹਾਂ ਤਾਂ ਟੈਸਟਿੰਗ ਦੇ ਨਾਲ ਜਿਹੜਾ ਰਿਕਵਰੀ ਦਰ ਹੈ ਉਹ 83% ਤੋਂ ਉੱਪਰ ਹੈ, ਤੇ ਜੇ ਅਸੀਂ ਪੂਰੇ ਇਹਨੂੰ ਵਰਲਡ ਲੈਵਲ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਭਾਰਤ ਦਾ ਨੰਬਰ ਹੈ ਉਹ ਜਿਹੜੇ ਵਰਲਡ ਦੇ ਵਿਸ਼ਵ ਦੇ ਟੌਪ ਦੇ 10 ਦੇਸ਼ ਨੇ ਉਹਨਾਂ ਦੇ ਵਿੱਚ ਸ਼ਾਮਲ ਹੋ ਗਿਆ। ਹਾਂਜੀ, ਇਹ ਜਿਹੜੀ ਤੁਸੀਂ ਸਾਡੇ ਲਈ ਬੜੀ ਅੱਛੀ ਗੱਲ ਹੈ, ਸਾਡੇ ਸੁਖਾਵੀਂ ਗੱਲ ਹੈ, ਮਨ ਪ੍ਰਸੰਨ ਹੁੰਦਾ ਵੀ ਠੀਕ ਹੋਣ ਵਾਲਾ, ਕਿਉਂਕਿ 86% ਤੁਸੀਂ ਜ਼ਿਕਰ ਕੀਤਾ ਜਾਣਾ, 83% ਜਿਹੜਾ ਸਾਡਾ ਰਿਕਵਰੀ ਰੇਟ ਹੋ ਗਿਆ। ਅੱਛਾ, ਦੂਸਰੇ ਪਾਸੇ ਪਰ ਇਹ ਕਿ ਮਰੀਜ਼ਾਂ ਦੀ ਗਿਣਤੀ ਵੀ ਉਦਾਂ ਹੀ ਤੁਰੀ ਜਾ ਰਹੀ ਹੈ, ਰਿਕਵਰੀ ਰੇਟ ਠੀਕ ਹੋ ਰਿਹਾ। ਔਰ ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਇਹ 83 ਤੋਂ ਵੀ ਥੋੜਾ ਉੱਪਰ ਹੈ ਠੀਕ ਹੋਣ ਵਾਲਾ ਗਾ, ਪਰ ਮੌਤਾਂ ਦੀ ਦਰ ਵੀ ਨਾਲ ਉਦਾਂ ਜਾ ਰਹੀ ਹੈ। ਸੋ ਮੈਂ ਫਿਰ ਇਹਦੇ ਤੇ ਬਾਹਰ ਅਸੀਂ ਕਹਾਂਗੇ ਇਹ ਗੱਲ ਤਾਂ ਬਹੁਤ ਸੁਖਾਵੀਂ ਹੈ, ਪਰ ਵੈਕਸੀਨ ਆਉਣ ਤੱਕ, ਜਦੋਂ ਸ਼ੁਰੂ 'ਚ ਵੀ ਗੱਲ ਕੀਤੀ ਵੀ ਕੋਵਿਡ ਜਿਹੜਾ ਕਰੋਨਾ ਹੈ ਇਹਦੇ ਤੋਂ ਸਾਨੂੰ ਸਮਾਜ ਨੂੰ ਹੀ ਲੜਾਈ ਲੜਨੀ ਪੈਣੀ ਹੈ। ਸਰਕਾਰ ਔਰ ਪ੍ਰਸ਼ਾਸਨ ਜਿਹੜੇ ਨਿਯਮ ਬਣਾਉਂਦੇ ਆ ਸਾਨੂੰ ਉਹਨਾਂ ਨੂੰ ਫੋਲੋ ਕਰਨਾ ਪਏਗਾ। ਔਰ ਇਹ ਅੱਛੀ ਗੱਲ ਅਗਰ ਅਸੀਂ 83% ਵਾਲੀ ਸਥਿਤੀ 'ਚ ਆ ਗਏ ਰਿਕਵਰੀ 'ਚ, ਤੇ ਸਾਡੀ ਇਮਿਊਨਿਟੀ ਤਾਂ ਵੈਸੇ ਵੀ ਪਤਾ ਲੱਗ ਰਿਹਾ। ਔਰ ਜਿਹੜਾ ਤੁਸੀਂ ਦੁਨੀਆ ਦੇ 10 ਦੇਸ਼ਾਂ ਦੀ ਗੱਲ ਕੀਤੀ ਹੈ ਵੀ ਉਹ ਇਹ ਰਿਕਵਰੀ 'ਚ ਬੈਟਰ ਨੇ, ਤਾਂ ਉਹ 10 'ਚ ਵੀ ਮੈਨੂੰ ਲੱਗਦਾ ਵੀ ਸਾਨੂੰ 10 'ਚ ਵੀ ਜਿਹੜੇ ਸਾਡੇ ਪਾਏਦਾਨ ਹੈ ਉਹ ਸਾਨੂੰ 10ਵੇਂ ਤੋਂ ਉੱਠ ਕੇ ਜਿਹੜਾ ਤੀਜੇ ਚੌਥੇ ਤੇ ਛੇਤੀ ਪਹੁੰਚੀਏ। ਜੇ ਸਾਡਾ ਸਮਾਜ ਔਰ ਸਰਕਾਰ ਦੋਵੇਂ ਅੱਛੇ ਰੋਲ ਪਲੇ ਕਰਨਗੇ ਤਾਂ ਮੈਨੂੰ ਲੱਗਦਾ ਕਿ ਨਿਸ਼ਚਿਤ ਤੌਰ ਤੇ ਅਸੀਂ ਇਸ ਜਿਹੜਾ ਸੰਕਟ ਹੈ, ਇਹ ਜਿਹੜੀ ਮੁਸ਼ਕਲ ਹੈ, ਦੇ ਉੱਤੇ ਜਿੱਤ ਪਾਵਾਂਗੇ। ਜੀ ਰਾਕੇਸ਼ ਜੀ, ਅਗਲੀ ਜਿਹੜੀ ਖਬਰ ਹੈ ਬਾਬਰੀ ਮਸਜਿਦ ਦਾ ਢਾਂਚਾ ਢਾਉਣ ਦੇ ਬਾਅਦ ਜਿਹੜਾ ਉਹਦਾ ਕੇਸ ਹੈ 28 ਸਾਲ ਬਾਅਦ ਉੱਥੇ ਹੁਣ CBI ਨੇ ਕੋਰਟ ਨੇ ਆਪਣਾ ਫੈਸਲਾ ਸੁਣਾਇਆ, 32 ਦੋਸ਼ੀ ਜਿਹੜੇ ਸੀ ਉਹ ਬਰੀ ਕਰ ਦਿੱਤੇ ਗਏ। ਹੁਣ ਜਦੋਂ ਅਸੀਂ ਇਹਨੂੰ ਲੋਕਾਂ ਦੇ ਪੁਆਇੰਟ ਆਫ ਵਿਊ ਤੋਂ, ਉਹਨਾਂ ਦੇ ਨਜ਼ਰੀਏ ਤੋਂ ਇਸ ਖਬਰ ਨੂੰ ਦੇਖਦੇ ਹਾਂ ਤੇ ਕਿੱਦਾਂ ਦਾ ਤੁਹਾਨੂੰ ਲੱਗਦਾ ਕਿ ਲੋਕਾਂ ਦਾ ਜਿਹੜਾ ਰਿਐਕਸ਼ਨ ਇਸ ਖਬਰ ਤੇ ਨਿਕਲ ਕੇ ਆਏਗਾ? ਦੇਖੋ, ਜਿਹੜਾ ਬਾਬਰੀ ਕਾਂਡ ਜਿਹਨੂੰ ਪ੍ਰਚਾਰਿਤ ਕੀਤਾ ਜਾਂਦਾ ਇਹ ਰਾਮ ਜਨਮ ਭੂਮੀ ਯੋਧਿਆਂ ਨਾਲ ਜੁੜਿਆ ਤੇ ਇਹ 'ਚ ਬੜੀ ਗੱਲ ਸੁਖਾਵੀਂ ਹੋ ਚੁੱਕੀ ਹੈ ਕਿ ਉਸ ਮੰਦਿਰ ਦਾ ਰਸਤਾ ਖੁੱਲ ਗਿਆ ਔਰ ਦੋਨੋਂ ਪੱਖਾਂ ਨੂੰ ਮਸਜਿਦ ਵਾਲੇ ਮਸਜਿਦ ਬਣਾਉਣ ਚਲੇ ਗਏ, ਮੰਦਿਰ ਬਣਾਉਣ ਵਾਲੇ ਮੰਦਿਰ ਬਣਾਉਣ ਚਲੇ ਗਏ। ਪਰ ਜਦੋਂ ਅਸੀਂ ਇਸ ਘਟਨਾ ਦੀ ਗੱਲ ਕਰਦੇ ਹਾਂ ਕਿ ਬਾਬਰੀ ਜਿਹੜਾ ਉਹ ਢਾਂਚਾ ਸੀ, ਜਿਹੜੀ ਮਸਜਿਦ ਸੀ, ਉਹ ਕਿੱਦਾਂ ਡਿੱਗੀ, ਇਹਦੇ 'ਚ ਇੱਕ ਤੱਥ ਤੇ ਹੈਗਾ ਕਿ ਉਹ ਡਿੱਗੀ ਹੈ, ਭੀੜ ਇਕੱਠੀ ਹੋਈ ਹੈ। ਇਹ ਵੀ ਬਹੁਤ ਅੱਛੀ ਗੱਲ ਹੈ ਕਿ ਜਿਹੜੇ 32 ਜਿੱਥੇ ਲਾਲ ਕ੍ਰਿਸ਼ਨ ਅਡਵਾਨੀ ਹੋ ਗਏ, ਮੁਰਲੀ ਮਨੋਹਰ ਜੋਸ਼ੀ ਹੋ ਗਏ, ਇਹ 3-4 ਮੇਜਰ ਜਿਹੜੇ ਲੋਕ ਆ ਇਹਨਾਂ ਦੇ ਨਾਲ ਉਹ 32 ਲੋਕ ਕੁੱਲ ਜਿਹੜੇ ਆ ਉਹ ਬਰੀ ਹੋਏ ਆ। 28 ਸਾਲ ਬਾਅਦ ਕੇਸ ਦਾ ਫੈਸਲਾ ਆਉਂਦਾ। ਬੇਸਿਕ ਕੋਰਟ ਹੈ CBI ਬੇਸਿਕ ਕੋਰਟ ਹੈ, ਮਤਲਬ ਜਦੋਂ ਕੱਲ ਸ਼ੁਰੂ ਹੋਈ ਹੈ, ਤਾਂ ਉਹ ਜਿਹੜੀ ਕੋਰਟ ਹੈ ਜਿਹੜੀ ਉਹਦੇ ਵਿੱਚ ਜਦੋਂ ਇਹ 32 ਬੰਦੇ 28 ਸਾਲ ਬਾਅਦ ਬਰੀ ਹੁੰਦੇ ਆ ਤਾਂ ਕੋਰਟ ਦੀ ਦ੍ਰਿਸ਼ਟੀ ਦੇ ਵਿੱਚ, ਕੋਰਟ ਦੀ ਨਜ਼ਰ ਦੇ ਵਿੱਚ ਇਹ ਨਿਰਦੋਸ਼ ਲੋਕ ਨੇ। 28 ਸਾਲ ਬਾਅਦ ਨਿਰਦੋਸ਼ਾਂ ਨੂੰ ਜਿਹੜਾ ਉਹ ਇਨਸਾਫ ਮਿਲਣਾ ਉਹ ਇਹ ਦੱਸਦਾ ਕਿ ਸਾਡੇ ਦੇਸ਼ ਦਾ ਹਾਲੇ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਕਿੰਨਾ ਸਲੋ ਹੈ। ਪਰ ਇਹਦੇ ਨਾਲ ਇੱਕ ਵੱਡਾ ਸਵਾਲ ਖੜਾ ਹੁੰਦਾ, ਨਿਰਦੋਸ਼ਾਂ ਨੂੰ ਬਰੀ ਕਰ ਦੇਣਾ, ਉਹਨਾਂ ਨੂੰ ਇਨਸਾਫ ਮਿਲ ਜਾਣਾ ਬਹੁਤ ਅੱਛੀ ਗੱਲ ਹੈ, ਮਾੜੀ ਨਹੀਂ ਹੈਗੀ। ਪਿੱਛੇ ਨਹੀਂ ਹੈਗੇ ਤੇ ਉਹਨਾਂ ਨੇ ਬਰੀ ਕਰਤਾ, ਐਵੀਡੈਂਸ ਨਹੀਂ ਸੀ ਹੈਗੇ। ਪਰ ਮੈਂ ਕਹਿੰਦਾ ਕਿ ਜਿਹੜਾ ਤੱਥ ਹੈ, ਉਹ ਜਿਹੜੀ ਮਸੀਤ ਸੀ ਜਾਂ ਉਹ ਜਿਹੜਾ ਵੀ ਢਾਂਚਾ ਸੀ, ਉਹ ਬਿਲਡਿੰਗ ਸੀ, ਉਹ ਡਿੱਗੀ, ਉਹ ਤਾਂ ਗੱਲ ਉੱਥੇ ਖੜੀ ਹੈ, ਭੀੜ ਉੱਥੇ ਇਕੱਠੀ ਹੋਈ ਸੀ। ਇਟ ਮੀਨਸ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਏਜੰਸੀ ਸੀ ਉਸ ਵੇਲੇ ਦੀ, ਜਿਹਨੇ ਇਹਨੂੰ ਇਨਵੈਸਟੀਗੇਟ ਕੀਤਾ, ਉਹ ਫਿਰ ਇਹਦਾ ਮਤਲਬ ਕਿ ਨਿਰਦੋਸ਼ ਤਾਂ ਬਚਣੇ ਚੰਗੇ ਆ, ਪਰ ਦੋਸ਼ੀ ਤਾਂ ਹਲੇ ਵੀ ਪਤਾ ਨਹੀਂ ਕਿੱਥੇ ਆ। ਬਿਲਕੁਲ ਸਹੀ। ਸੋ ਇਹ ਬੜਾ ਵੱਡਾ ਸਵਾਲ ਇਸ ਗੱਲ 'ਚ ਆ ਗਿਆ। ਔਰ ਉਹਦੇ 'ਚ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਜਿਹੜਾ ਦੂਸਰਾ ਪੱਖ ਹੈ ਉਹਨੇ ਕਿਹਾ ਵੀ ਅਸੀਂ ਜਿਹੜੀ ਇਹਨੂੰ ਅਪੀਲ ਅਗਲੀ ਅਦਾਲਤ ਜਿਹੜੀ ਉੱਪਰਲੀ ਅਦਾਲਤ ਆ ਉਹ ਚਲੇ ਜਾਵਾਂਗੇ।
ਸੋ ਸਾਡੇ ਮੁਲਕ ਦੇ ਵਿੱਚ ਇਨਸਾਫ ਤਾਂ ਬਹੁਤ, ਜਸਟਿਸ ਤਾਂ ਮਿਲਦਾ ਹੈ, ਬਿਲਕੁਲ ਸਹੀ। ਪਰ ਇਹ ਹੈ ਕਿ ਵੀ ਜਿਹੜੇ ਤੱਥ ਜਿਹੜੇ ਖੜੇ ਰਹਿ ਜਾਂਦੇ ਆ ਜੀ, ਉਹ ਲੋਕਾਂ ਲਈ ਬਹੁਤ ਸਵਾਲ ਖੜੇ ਕਰਦੇ। ਜੀ ਰਾਕੇਸ਼ ਜੀ, ਸਾਨੂੰ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਅਸੀਂ ਸਾਨੂੰ ਅੱਜ ਦੀਆਂ ਖਬਰਾਂ ਤੇ ਜਿਹੜੀ ਸਮੀਖਿਆ ਅਸੀਂ ਇੱਥੇ ਸਮੇਟਾਂਗੇ। ਤੁਸੀਂ ਅੱਜ ਦੀਆਂ ਪ੍ਰਮੁੱਖ ਖਬਰਾਂ ਤੇ ਸਾਡੇ ਨਾਲ ਵਿਚਾਰ ਚਰਚਾ ਕੀਤੀ, ਬਹੁਤ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਮਿਲੀ। ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਧੰਨਵਾਦ ਦਰਸ਼ਕਾਂ ਦਾ। ਜੋ ਜੁੜੇ ਹੋਏ ਨੇ ਡੀਡੀ ਪੰਜਾਬੀ ਦੇ ਨਾਲ, ਉਹਨਾਂ ਦਾ ਵੀ ਧੰਨਵਾਦ।